वालेकुम जी। मेरे अनबशीर तो उम्मीद करता तुम सारे ठीक ठाक होवोगे। मेरे जिन्ने भी बकरी पाल वीर आ ਜਦੋਂ ਵੀ ਬੱਕਰੀ ਖਰੀਦਣ ਜਾਂਦੇ ਆ, ਜਿਹੜੇ ਨਵੇਂ ਬੰਦੇ ਆ, ਪੁਰਾਣੇ ਬੰਦੇ ਐਕਸਪਰਟ ਆ, ਜਿਹੜੇ ਨਵੇਂ ਬੰਦੇ ਬੱਕਰੀ ਖਰੀਦਣ ਜਾਂਦੇ ਆ ਤੇ ਕੁਝ ਗੱਲਾਂ ਕੁਝ ਪੁਆਇੰਟ ਇਦਾਂ ਦੇ ਆ ਜਿਹੜੇ ਵੀਰਾਂ ਨੂੰ ਪਤਾ ਵੀ ਨਹੀਂਗਾ। ਸਿਰਫ ਬੱਕਰੀ ਲੈ ਕੇ ਸੌਦਾ ਕਰਕੇ ਪੈਸੇ ਦੇ ਦਿੰਦੇ, ਬਾਅਦ ਚ ਪਤਾ ਲੱਗਦਾ ਸਾਡੇ ਨਾਲ ਫਰਾਡ ਹੋ ਗਿਆ। ਮੇਰੇ ਵੀਰੋ ਅੱਜ ਤੁਹਾਨੂੰ ਐਸੇ ਕੁਝ ਪੁਆਇੰਟ ਦੱਸੂਗਾ ਜਿਹਦੀ ਵਜ੍ਹਾ ਤੋਂ ਤੁਸੀਂ ਉਹ ਚੈੱਕ ਕਰਕੇ ਬੱਕਰੀ ਆਸਾਨੀ ਨਾਲ ਖਰੀਦ ਸਕਦੇ ਹੋ। ਬੱਕਰੀ ਦੀ ਤਸੱਲੀ ਕਰਕੇ ਤੁਸੀਂ ਬੱਕਰੀ ਖਰੀਦੋਗੇ, ਤੁਹਾਨੂੰ ਫਾਰਮਿੰਗ ਦੇ ਵਿੱਚ ਨੁਕਸਾਨ ਨਹੀਂ ਹੋਏਗਾ, ਇਨਸ਼ਾਅੱਲਾ ਨਫਾ ਹੀ ਹੋਏਗਾ। ਕਿਉਂਕਿ ਸਾਨੂੰ ਇੱਕ ਨਵੇਂ ਬੰਦੇ ਨੂੰ ਜਦੋਂ ਵੀ ਬੱਕਰੀ ਖਰੀਦਣੀ ਪੈਂਦੀ ਆ, ਸਾਨੂੰ ਰੌਲਾ ਇਸ ਗੱਲ ਦਾ ਹੀ ਹੁੰਦਾ ਵੀ ਸਾਡੇ ਨਾਲ ਕਿਤੇ ਠੱਗੀ ਨਾ ਹੋ ਜਾਵੇ, ਸਾਡੇ ਨਾਲ ਕਿਤੇ ਕੋਈ ਮਸਲਾ ਨਾ ਬਣ ਜਾਵੇ, ਸਾਡੇ ਪੈਸੇ ਜ਼ਾਇਆ ਨਾ ਹੋ ਜਾਣ। देखो हर बंदा खा पैसे वाला खा पैसा है को थोड़ा या बहुता वो एक अलग इशू आ, लेकिन जिन को बहुते है उन्हें भी कमा मेहनत करके कमाए आ, ना कि दरख्तां नालों तोड़े आ। ਇਹ ਸਾਨੂੰ ਫਾਰਮਿੰਗ ਕਰਨ ਲਈ ਮੇਰਾ ਵੀਰ ਸਾਨੂੰ ਇਹ ਸਿੱਖਣਾ ਚਾਹੀਦਾ, ਸਾਨੂੰ ਇਹ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਵੀ ਬੱਕਰੀ ਅਸੀਂ ਖਰੀਦਣੀ ਆ ਤੇ ਕਿੱਦਾਂ ਦੀ ਖਰੀਦਣੀ ਆ ਤੇ ਇਹਦੇ ਵਿੱਚ ਪੁਆਇੰਟ ਕਿਹੜੇ ਖਰੀਦਿਆਂ ਹੁੰਦੇ ਆ, ਜਦੋਂ ਖਰੀਦਣੀ ਆ ਖਰੀਦਦਿਆਂ ਹੋਇਆ ਕਿਹੜੇ ਪੁਆਇੰਟ ਆ ਉਹ ਜਿਹੜੇ ਸਾਨੂੰ ਦੇਖਣੇ ਚਾਹੀਦੇ ਤਾਂ ਕਿ ਅਸੀਂ ਬੱਕਰੀ ਆਸਾਨੀ ਨਾਲ ਖਰੀਦ ਸਕੀਏ। ਸਾਨੂੰ ਇਸ ਗੱਲ ਦਾ ਡਰ ਨਾ ਹੋਵੇ ਵੀ ਅਸੀਂ ਬੱਕਰੀ ਠੱਗੀ ਹੋ ਗਈ ਹੈ। ਬੱਕਰੀ ਦੀ ਮੱਦ ਦੇ ਵਿੱਚ ਮਹਿੰਗੀ ਦੀ ਗੱਲ ਕੋਈ ਨਹੀਂ ਹੁੰਦੀ, ਜੇ ਬੇਲਫਰਜ਼ ਮਹਿੰਗੀ ਖਰੀਦ ਹੋ ਗਈ ਉਹਦਾ ਮਸਲਾ ਕੋਈ ਨਹੀਂ ਹੁੰਦਾ, ਉਹ ਰਿਕਵਰ ਹੋ ਜਾਂਦੇ ਆ ਕਿਉਂਕਿ 2 ਮਹੀਨਾ ਤੁਸੀਂ ਸੰਭਾਲੋਗੇ ਬੱਕਰੀ ਉਹ ਪੈਸੇ ਪੂਰੇ ਕਰ ਜੂਗੀ। ਲੇਕਿਨ ਜਿਹੜੇ ਪੁਆਇੰਟ ਜਿਹੜੇ ਅਸੀਂ ਦੇਖਦੇ ਵੀ ਨਹੀਂਗੇ, ਸਾਨੂੰ ਪਤਾ ਜ਼ਾਹਰੀ ਗੱਲ ਸਾਨੂੰ ਪਤਾ ਹੋਊਗਾ ਤਾਂ ਅਸੀਂ ਦੇਖਾਂਗੇ, ਸਾਨੂੰ ਪਤਾ ਹੀ ਨਹੀਂ ਬੱਕਰੀ ਦੇ ਪੁਆਇੰਟ ਦੇਖਣੇ ਕੀ ਚੀਜ਼ਾਂ ਦੇਖਣੀਆਂ ਜਦੋਂ ਅਸੀਂ ਬੱਕਰੀ ਖਰੀਦਣੀ ਆ ਤਾਂ ਫਿਰ ਅਸੀਂ ਕਿੱਦਾਂ ਜਾ ਕੇ ਬੱਕਰੀ ਖਰੀਦ ਲਾਂਗੇ। ਮੇਰੇ ਵੀਰੋ ਅੱਜ ਮੈਂ ਵੀਰਾਂ ਨੂੰ ਇਹ ਗੱਲ ਦੱਸਣੀ ਹੈ, ਨਵੇਂ ਬੱਕਰੀ ਪਾਲ ਵੀਰਾਂ ਨੂੰ, ਵੀ ਜਦੋਂ ਵੀ ਮੰਡੀ ਜਾਓ ਜਾਂ ਕਿਸੇ ਘਰ ਚੋਂ ਬੱਕਰੀ ਖਰੀਦੋ, ਮੋਸਟਲੀ ਜ਼ਿਆਦਾਤਰ ਲੋਕ ਬੱਕਰੀਆਂ ਮੰਡੀ ਚੋਂ ਹੀ ਖਰੀਦਦੇ ਆ, ਮੰਡੀ ਦੀ ਜਾਂਦੇ ਆ ਤੇ ਮੰਡੀ ਦੇ ਵਿੱਚ ਵਣ ਦੀ ਕਹਿੰਦੇ, ਜਿੱਦਾਂ ਕਹਿੰਦੇ ਵੀ ਵਣ ਦੀ ਸੋਟੀ ਪਈ ਆ, ਵਣ ਦਾ ਉੱਥੇ ਬੰਦਾ ਹੁੰਦਾ, ਮੁਖਤਲਿਫ ਇਲਾਕਿਆਂ ਚੋਂ ਆਇਆ ਹੁੰਦਾ, ਮੁਖਤਲਿਫ ਅਜ਼ਲਾ ਚੋਂ ਆਇਆ ਹੁੰਦਾ। ਹਰ ਬੰਦਾ ਮੁਖਲਿਸ ਨਹੀਂ ਹੁੰਦਾ, ਹਰ ਬੰਦਾ ਢਿੱਡ ਦਾ ਸਾਫ਼ ਨਹੀਂ ਹੁੰਦਾ। ਮੰਡੀ ਦੇ ਵਿੱਚ ਮੇਰੇ ਵੀਰੋ ਇੰਨਾ ਫਰਾਡ ਹੈ ਜਿਹੜੀ ਤੁਹਾਡੀ ਸੋਚ ਹੈ। ਮੈਂ ਤੁਹਾਨੂੰ ਪੁਆਇੰਟ ਦੱਸ ਦਿੰਦਾ, ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਜਿਹੜੀ ਪਿਛਲੀ ਮੰਡੀ ਤੇ ਮੇਰੇ ਅੱਖਾਂ ਦੇ ਸਾਹਮਣੇ ਹੋਈ ਹੈ ਇੱਕ ਬੰਦੇ ਨਾਲ, ਤੇ ਮੈਨੂੰ ਬਹੁਤ ਇਸ ਗੱਲ ਦਾ ਅਫਸੋਸ ਹੋਇਆ ਵੀ ਇਦਾਂ ਨਹੀਂ ਸੀ ਹੋਣੀ ਚਾਹੀਦੀ। ਮੇਰੇ ਵੀਰੋ ਜਦੋਂ ਵੀ ਤੁਸੀਂ ਬੱਕਰੀ ਖਰੀਦਣੀ ਹੈ, ਜਦੋਂ ਵੀ ਬੱਕਰੀ ਲੈਣ ਜਾਂਦੇ ਹੋ, ਤੁਸੀਂ ਸਭ ਤੋਂ ਪਹਿਲਾਂ ਜਾ ਕੇ ਬੱਕਰੀ ਦਾ ਮੂੰਹ ਚੈੱਕ ਕਰੋ, ਮਤਲਬ ਦੰਦ ਖੋਲ ਕੇ ਦੇਖੋ। ਬੱਕਰੀ ਦੋਂਦੀ ਚ ਲੈ ਲਓ, ਚੌਗੀ ਲੈ ਲਓ, ਛਿੱਗੀ ਲੈ ਲਓ, 8 ਦੰਦ ਪੂਰੀ 8 ਦੰਦ ਹੋਈ ਉਹ ਬੱਕਰੀ ਲੈ ਲਵੋ, ਕੋਈ ਮਸਲਾ ਨਹੀਂ। ਕਈ ਨਵੇਂ ਬੰਦਿਆਂ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਵੀ ਬੱਕਰੀ ਦੀ ਉਮਰ ਬੁੱਢੀ ਹੋਈ ਆ, ਉਮਰ ਬੁਢਾਪੇ ਦੀ ਵਜ੍ਹਾ ਤੋਂ ਦੰਦ ਸਿੱਟੇ ਹੁੰਦੇ ਤਾਂ ਵਪਾਰੀ ਉਹਨੂੰ ਕਹਿ ਰਿਹਾ ਹੁੰਦਾ ਵੀ ਇਹ ਦੋਂਦੀ ਆ, ਵੀ ਮੂੰਹ 'ਚ ਦੰਦ ਦੋ ਡਿੱਗੇ ਆ, ਦੋਂਦੀ ਆ। ਮੇਰਾ ਵੀਰ ਇਹ ਗੱਲ ਨਹੀਂ ਹੁੰਦੀ, ਤੁਹਾਨੂੰ ਜਸਾਮਤ ਤੋਂ ਬੱਕਰੀ ਦਾ ਪਤਾ ਲੱਗ ਜਾਣਾ ਦੋਂਦੀ ਆ, ਚੌਗੀ ਆ, ਛਿੱਗੀ ਆ। ਸਭ ਤੋਂ ਪਹਿਲਾਂ ਬੱਕਰੀ ਦਾ ਮੂੰਹ ਲਾਜ਼ਮੀ ਖੋਲ ਕੇ ਦੇਖੋ, ਬੱਕਰੀ ਦੇ ਪੁਆਇੰਟ ਪੂਰੇ ਕਰ ਲਓ, ਸੌਦਾ ਬਾਅਦ ਚ ਕਰੋ। ਸਭ ਤੋਂ ਪਹਿਲਾਂ ਤੁਸੀਂ ਮੂੰਹ ਦੇ ਬੱਕਰੀ ਦੇ ਮੂੰਹ ਦੇਖ ਲਿਆ, ਉਹਦੇ ਦੰਦ ਦੇਖ ਲਿਆ ਵੀ ਚੰਗੇ ਆ ਦੰਦ, ਸਾਫ਼ ਸੁਥਰੀ ਬੱਕਰੀ ਆ, ਦੰਦ ਟੁੱਟਾ ਨਹੀਂਗਾ, ਦੰਦ ਡਿੱਗਿਆ ਨਹੀਂਗਾ, ਦੋਂਦੀ ਆ, ਚੌਗੀ ਆ, ਛਿੱਗੀ ਆ, 8 ਦੰਦ ਆ, ਕੋਈ ਮਸਲਾ ਨਹੀਂ, ਬੱਕਰੀ ਲੈ ਲਓ, ਸੋਹਣੀ ਸੁਥਰੀ ਹੈ ਤਾਂ ਬੱਕਰੀ ਲੈ ਲਓ। ਅੱਛਾ ਦੂਸਰੇ ਨੰਬਰ ਤੇ ਮੇਰਾ ਵੀਰ ਬੱਕਰੀ ਬੰਨੀ ਹੁੰਦੀ ਆ, ਵਪਾਰੀਆਂ ਨੇ ਲੱਤਾਂ ਬੰਨ ਕੇ ਖੜੀ ਕੀਤੀ ਹੁੰਦੀ ਆ, ਮਤਲਬ ਜਿਹਨੂੰ ਕਹਿੰਦੇ ਆ ਪੰਜਾਬੀ ਜ਼ੁਬਾਨ ਦੇ ਵਿੱਚ ਆਪਾਂ ਜੂੜ ਕਹਿ ਦਿੰਦੇ ਆ, ਜੂੜ ਲੱਗਾ ਹੁੰਦਾ ਬੱਕਰੀ ਨੂੰ। ਉਹ ਵੀ ਬੱਕਰੀ ਤੁਸੀਂ ਖੋਲ ਕੇ ਇੱਕ ਵਾਰੀ ਫੇਰ ਤੋੜ ਕੇ ਦੇਖੋ, ਕਿਉਂਕਿ ਕਈ ਬੱਕਰੀਆਂ ਇਦਾਂ ਦੀਆਂ ਹੁੰਦੀਆਂ ਜਿਨ੍ਹਾਂ ਨੂੰ ਫੇਰੀ ਦੀ ਕਸਰ ਹੁੰਦੀ ਆ, ਵੀ ਉਹਨਾਂ ਨੂੰ ਖੋਲ ਕੇ ਛੱਡੋਗੇ ਤਾਂ ਉਹ ਇਦਾਂ ਘੁੰਮਦੀ ਰਹੂਗੀ। ਤੇ ਫਿਰ ਵਪਾਰੀ ਬੜੇ ਖਚਰੇ ਹੁੰਦੇ ਆ, ਇਹਨਾਂ ਨੇ ਇੰਜੈਕਸ਼ਨ ਲਾਏ ਹੁੰਦੇ ਆ ਗਰਦਨ ਦੇ ਵਿੱਚ ਵੀ ਤਾਂ ਕਿ ਬੱਕਰੀ ਕੋਈ 2-4 ਘੰਟੇ 6 ਘੰਟੇ ਕੱਢ ਜਾਵੇ। ਹੁਣ ਸਾਨੂੰ ਕਿੱਦਾਂ ਪਤਾ ਲੱਗੂ ਵੀ ਇਹਨੂੰ ਚੱਕਰੀ ਹੈ ਜਾਂ ਨਹੀਂ ਹੈ। ਮੇਰਾ ਵੀਰ ਬੱਕਰੀ ਦੀਆਂ ਲੱਤਾਂ ਖੋਲ ਲਓ, ਖੋਲ ਕੇ ਬੱਕਰੀ ਨੂੰ ਤੋਰ ਫੇਰ ਕੇ ਦੇਖੋ। ਅਗਰ ਬੱਕਰੀ ਦੀਆਂ ਲੱਤਾਂ ਠੀਕ ਆ, ਪਿੱਛੋਂ ਖੜੇ ਹੋ ਕੇ ਦੇਖੋ ਤੁਰੀ ਜਾਂਦੀ ਨੂੰ, ਅੱਗੋਂ ਖੜੇ ਹੋ ਕੇ ਦੇਖੋ ਤੁਰੀ ਆਉਂਦੀ ਨੂੰ, ਬੱਕਰੀ ਦੇ ਲੱਤਾਂ ਦੇ ਵਿੱਚ ਫਰਕ ਨਹੀਂ, ਲੰਗੜੀ ਨਹੀਂ, ਲੁੱਲੀ ਨਹੀਂ ਗੀ, ਬੱਕਰੀ ਠੀਕ ਆ। ਅੱਛਾ ਇਹ ਗੱਲ ਤਾਂ ਚਲੋ ਹੋ ਗਈ, ਨਹੀਂ ਚੱਕਰੀ ਨਹੀਂ ਗਈ, ਉਹਨੂੰ ਸਾਨੂੰ ਕਿੱਦਾਂ ਪਤਾ ਲੱਗੂਗਾ ਬੱਕਰੀ ਨੂੰ ਚੱਕਰੀ ਆ। ਮੇਰਾ ਵੀਰ ਬੱਕਰੀ ਬਿਮਾਰ ਜਾਂ ਬੱਕਰੀ ਨੂੰ ਕੋਈ ਵੀ ਮਸਲੇ ਦੀ ਵਜ੍ਹਾ ਤੋਂ ਇੰਜੈਕਸ਼ਨ ਲੱਗਾ, ਮੈਂ ਵੀਰਾਂ ਨੂੰ ਉਹ ਦੱਸ ਦਿੰਦਾ ਵੀ ਕਿੱਦਾਂ ਤੁਸੀਂ ਚੈੱਕ ਕਰਨਾ। ਮੇਰੇ ਵੀਰੋ ਜਦੋਂ ਵੀ ਬੱਕਰੀ ਦੇਖੋਗੇ ਤੁਸੀਂ ਉਹਦੀ ਗਰਦਨ ਇੱਧਰਲੇ ਪਾਸੋਂ ਵੀ ਇੱਧਰਲੇ ਪਾਸੋਂ ਵੀ ਨੱਕ ਦੇ ਨਾਲ ਸੁੰਘ ਕੇ ਦੇਖਣੀ ਹੈ, ਬਿਲਕੁਲ ਨੱਕ ਨਾਲ ਲਾ ਕੇ ਆਪਦਾ ਉਹਨੂੰ ਸੁੰਘੋ, ਗਰਦਨ ਇੱਧਰੋਂ ਵੀ ਇੱਧਰੋਂ ਵੀ। ਉਹਦੇ ਨਾਲ ਕੀ ਹੋਏਗਾ,
ਉਹਦੇ ਨਾਲ ਮੇਰਾ ਵੀਰ ਇੰਜੈਕਸ਼ਨ ਕੋਈ ਵੀ ਆ ਜਦੋਂ ਵੀ ਜਾਨਵਰ ਦੇ ਲੱਗਦਾ ਉਹਦੀ ਇੱਕ ਸਮੈਲ ਹੁੰਦੀ ਆ, ਉਹਦੀ ਇੱਕ ਸਮੈਲ ਹੁੰਦੀ ਹੈ। ਜਦੋਂ ਤੁਸੀਂ ਨੱਕ ਕੋਲ ਕਰੋਗੇ ਸੁੰਘੋਗੇ ਤਾਂ ਨਾ ਉਹ ਇੰਜੈਕਸ਼ਨ ਦੀ ਜਿੱਦਾਂ ਡਿਕਲੋਰਾਨ ਦਾ ਜਾਂ ਨੈਰੋਬਿਆਨ ਦਾ ਇੰਜੈਕਸ਼ਨ ਦੀ ਸਮੈਲ ਹੁੰਦੀ ਹੈ, ਇਦਾਂ ਦੀ ਸਮੈਲ ਤੁਹਾਨੂੰ ਨੱਕ ਨੂੰ ਚੜੂਗੀ। ਅਗਰ ਉਹ ਸਮੈਲ ਤੁਹਾਡੇ ਨੱਕ ਨੂੰ ਗਈ ਚੜ ਤੇ ਫਿਰ ਬੱਕਰੀ ਤੁਸੀਂ ਬਿਲਕੁਲ ਲਓ ਹੀ ਨਾ, ਫਿਰ ਉਹਨੂੰ ਪੁੱਛੋ ਹੀ ਨਾ ਵੀ ਇਹਨੂੰ ਚੱਕਰੀ ਆ ਕਿ ਇਹਨੂੰ ਕੀ ਮਸਲਾ, ਤੁਸੀਂ ਗਾਹ ਲੰਘ ਜਾਓ, ਉਹ ਬੱਕਰੀ ਬਿਲਕੁਲ ਖਰੀਦੋ ਹੀ ਨਾ। ਕਿਉਂਕਿ ਉਸ ਬੱਕਰੀ ਨੂੰ ਕੋਈ ਬਿਮਾਰੀ ਵੀ ਹੋ ਸਕਦੀ ਹੈ, ਉਸ ਬੱਕਰੀ ਨੂੰ ਚੱਕਰੀ ਵੀ ਹੋ ਸਕਦੀ। ਹੁਣ ਸਾਨੂੰ ਇਸ ਗੱਲ ਦਾ ਤਾਂ ਸੁਣ ਕੇ ਪਤਾ ਲੱਗ ਗਿਆ ਵੀ ਇਸ ਬੱਕਰੀ ਨੂੰ ਕੋਈ ਮਸਲਾ ਟੀਕਾ ਲੱਗਾ, ਸਾਨੂੰ ਇਸ ਗੱਲ ਦਾ ਤਾਂ ਨਹੀਂ ਨਾ ਪਤਾ ਵੀ ਇਹ ਕਿਹੜੀ ਗੱਲ ਦਾ ਟੀਕਾ ਲੱਗਾ। ਤੇ ਆਪਾਂ ਉਹ ਬੱਕਰੀ ਬਿਲਕੁਲ ਨਹੀਂ ਲੈਣੀ, ਉਸ ਬੱਕਰੀ ਤੋਂ ਆਪਾਂ ਉਹਦੀ ਕਿਨਾਰਾ ਕਸ਼ੀ ਕਰ ਜਾਣੀ, ਛੱਡ ਦੇਣੀ ਬੱਕਰੀ। ਤੀਸਰੇ ਨੰਬਰ ਤੇ ਬੱਕਰੀ ਨੂੰ ਤੋਰ ਫਿਰ ਕੇ ਜਦੋਂ ਦੇਖੋਗੇ ਪਿੱਛੋਂ ਹਵਾਨਾ ਚੈੱਕ ਕਰਨਾ ਤੁਸੀਂ। ਬੱਕਰੀ ਤੁਰੀ ਫਿਰਦੇ ਤੇ ਛੱਡਣ ਤੋਂ ਮੁਰਾਦ ਇਹ ਹੁੰਦਾ, ਇੱਕ ਤਾਂ ਬੱਕਰੀ ਦੀਆਂ ਲੱਤਾਂ ਦਾ ਪਤਾ ਲੱਗ ਜਾਂਦਾ, ਦੂਸਰਾ ਹਵਾਨਾ ਜਿਹੜੀ ਖੀਰ ਉੱਤੋਂ ਆਉਂਦੀ ਆ ਉਹਦਾ ਪਤਾ ਲੱਗ ਜਾਂਦਾ। ਜਦੋਂ ਬੱਕਰੀ ਤੁਰਦੀ ਆ ਵੀ ਕਿਆ ਉਹ ਖੀਰ ਉੱਚੀ ਨੀਵੀਂ ਤੇ ਨਹੀਂ। ਥਣ ਤਾਂ ਅਕਸਰ ਤੁਸੀਂ ਵੀ ਦੇਖਿਆ ਹੋਵੇਗਾ ਵੱਡਾ ਛੋਟਾ ਹੁੰਦਾ, ਲੇਕਿਨ ਕਈਆਂ ਬੱਕਰੀਆਂ ਦੀ ਉੱਤੋਂ ਖੀਰ ਜਿੱਥੋਂ ਥਣ ਨਿਕਲਦਾ ਮਤਲਬ ਚੱਡਾ ਜਿਹਨੂੰ ਕਹਿੰਦੇ ਆ, ਉਹ ਉੱਚਾ ਨੀਵਾਂ ਤਾਂ ਨਹੀਂ। ਜਦੋਂ ਤੁਸੀਂ ਤੁਰੀ ਫਿਰਦੀ ਦੇਖੋਗੇ ਤਾਂ ਉਹ ਬਿਲਕੁਲ ਸੈੱਟ ਹੋ ਜਾਊਗੀ। ਕਿਉਂ ਮਤਲਬ ਤੁਸੀਂ ਉਹ ਇਸ ਗੱਲ ਨੂੰ ਐਕਸੈਪਟ ਕਰ ਜਾਓਗੇ ਵੀ ਇਹਦੇ ਵਿੱਚ ਫਰਕ ਨਹੀਂ ਹੈ ਜਾਂ ਹੈ, ਉਹ ਤੁਹਾਨੂੰ ਵੀ ਪਤਾ ਲੱਗ ਜਾਊਗਾ। ਫਿਰ ਤੁਸੀਂ ਦੇਖਣਾ ਜੀ ਬੱਕਰੀ ਅਗਰ ਬਿਲਫਰਜ਼ ਬੱਕਰੀ ਹੱਡੀਆਂ ਦੀ ਮੋਟਾ ਲਿੱਸੀ ਆ, ਕਮਜ਼ੋਰ ਜਿਹੀ ਆ, ਤੁਸੀਂ ਉਹਨੂੰ ਬੱਕਰੀ ਨੂੰ ਸੌਦਾ ਕਰਨ ਲੱਗਿਆਂ ਪੱਠੇ ਖਿਲਾ ਕੇ ਲਾਜ਼ਮੀ ਦੇਖੋ। ਉੱਥੋਂ ਮੰਡੀ ਦੇ ਵਿੱਚੋਂ ਤੁਹਾਨੂੰ ਪੱਠੇ ਲੱਭ ਜਾਣੇ ਆ, 20 ਰੁਪਈਆਂ ਦੇ ਇੰਨੇ ਬੜੇ ਸਾਰੇ ਪੱਠੇ ਲੱਭ ਜਾਂਦੇ ਆ। ਪੱਠੇ ਲਿਆ ਕੇ ਬੱਕਰੀ ਦੇ ਅੱਗੇ ਕਰੋ, ਬੱਕਰੀ ਖਾਊਗੀ। ਜੇ ਨਾ ਖਾਵੇ ਤਾਂ ਨਾ ਲਵੋ, ਜੇ ਬੱਕਰੀ ਪੱਠੇ ਖਾਵੇ ਤੇ ਖੁਸ਼ ਹੋ ਕੇ ਖਾਵੇ ਫਿਰ ਬੱਕਰੀ ਲੈ ਲਵੋ, ਬੱਕਰੀ ਤੰਦਰੁਸਤ ਆ। ਇਸ ਪਾਸੇ ਨਾ ਜਾਓ ਵੀ ਅਸੀਂ ਮੋਟੀ ਲੈਣੀ ਆ, ਲਿੱਸੀ ਨਹੀਂ ਲੈਣੀ। ਉਹ ਕੁਝ ਘਰ ਹੁੰਦੇ ਇਦਾਂ ਦੇ ਜਿਨ੍ਹਾਂ ਦੇ ਵਿੱਚ ਖੁਰਾਕ ਦਾ ਕੋਈ ਮੇਨਟੇਨ ਨਹੀਂ ਰੱਖਦੇ। ਬੱਕਰੀਆਂ ਬੜੀਆਂ ਕਈਆਂ ਕੋਲ ਨਸਲੀ ਵਾਲੀਆਂ ਹੁੰਦੀਆਂ ਲੇਕਿਨ ਉਹ ਉਹਨਾਂ ਦੀ ਕੇਅਰ ਨਹੀਂ ਕਰ ਸਕਦੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ। ਕਿਉਂਕਿ ਜਿੱਦਾਂ ਕਹਿੰਦੇ ਆ ਵੀ ਸੋਨੇ ਦੀ ਕਦਰ ਸੁਨਿਆਰੇ ਨੂੰ ਪਤਾ, ਆਮ ਬੰਦੇ ਨੂੰ ਨਹੀਂ ਪਤਾ। ਹੀਰੇ ਦੀ ਕਦਰ ਸੁਨਿਆਰੇ ਨੂੰ ਪਤਾ, ਆਮ ਬੰਦੇ ਨੂੰ ਨਹੀਂ ਪਤਾ। ਇਸੇ ਤਰ੍ਹਾਂ ਕਈਆਂ ਬੰਦਿਆਂ ਕੋਲ ਹੀਰੇ ਹੈਗੇ ਆ ਲੇਕਿਨ ਉਹਨਾਂ ਨੂੰ ਪਤਾ ਹੀ ਨਹੀਂ ਵੀ ਬੱਕਰੀ ਦੀ ਸ਼ੈ ਕੀ ਆ। ਕਈਆਂ ਕੋਲ ਗਾਈਆਂ ਇਦਾਂ ਦੀਆਂ, ਕਈਆਂ ਕੋਲ ਮੱਝਾਂ ਇਦਾਂ ਦੀਆਂ, ਪਤਾ ਹੀ ਨਹੀਂ, ਅਸੀਂ ਸਿਰਫ ਮੱਝ ਹੀ ਸਮਝਦੇ ਹਾਂ। ਲੇਕਿਨ ਜਦੋਂ ਉਹੀ ਮੱਝ ਵਪਾਰੀ ਕੋਲ ਜਾਂਦੀ ਆ, ਅਸੀਂ ਬਿਲਫਰ ਤੋਂ 5 ਲੱਖ ਦੀ ਵੇਚੀ ਤੇ ਵਪਾਰੀ ਉਹਦਾ ਜਾ ਕੇ 15 ਲੱਖ ਵੱਟ ਲੈਂਦਾ। ਕਿਉਂਕਿ ਉਹਨੂੰ ਪਤਾ ਹੈ ਕਿਸ ਮਾਰਕੀਟ 'ਚ ਵਿਕਣੀ ਹੈ, ਕਿੱਥੇ ਜਾ ਕੇ ਵਿਕਣੀ ਹੈ, ਇਹਦਾ ਮੁੱਲ ਕੀ ਆ। ਸਾਨੂੰ ਸਿਰਫ ਇਹੀ ਪਤਾ ਹੈ ਮੱਝ ਆ। ਇਸੇ ਤੋਂ ਹੀ ਬੱਕਰੀ ਦਾ ਵੀ ਇਹ ਨਿਜ਼ਾਮ ਆ ਵੀ ਲਿੱਸੀ ਸਮਝ ਕੇ, ਲਿੱਸੀ ਕਰਕੇ ਤੁਸੀਂ ਇਹ ਨਾ ਹੋਵੇ ਬੱਕਰੀ ਖਰੀਦੋ ਹੀ ਨਾ ਵੀ ਇਹ ਲਿੱਸੀ ਅਸੀਂ ਲੈਣੀ ਨਹੀਂ, ਉਹਨੂੰ ਲੈ ਆਵੋ। ਅਸਲ ਪ੍ਰੋਫਿਟ ਤੁਹਾਡਾ ਲਿੱਸੀ ਬੱਕਰੀ 'ਚ ਹੀ ਹੋਣਾ। ਅੱਛਾ, ਅਗਲਾ ਪੁਆਇੰਟ ਜਿਹੜਾ ਹੈਗਾ ਉਹ ਇਹ ਮੇਰਾ ਵੀਰ, ਤੁਸੀਂ ਜਦੋਂ ਵੀ ਬੱਕਰੀ ਖਰੀਦੋ ਬੱਕਰੀ ਦੇ ਥਣ ਚੈੱਕ ਲਾਜ਼ਮੀ ਕਰੋ। 2-2 ਧਾਰਾਂ ਮਾਰੋ, 4-4 ਧਾਰਾਂ ਮਾਰੋ, ਤਾਂ ਕਿ ਬੱਕਰੀ ਦਾ ਤੁਹਾਨੂੰ ਪਤਾ ਲੱਗ ਜਾਵੇ ਥਣ ਕੋਈ ਜ਼ਾਇਆ ਨਹੀਂਗਾ, ਕੋਈ ਖਰਾਬ ਨਹੀਂਗਾ, ਕੋਈ ਮਰਿਆ ਨਹੀਂਗਾ। ਥਣ ਦੁੱਧ ਠੀਕ ਆ, ਜ਼ਬਰਦਸਤ ਆ। ਥਣ ਜਦੋਂ ਤੁਸੀਂ ਧਾਰ ਕੱਢੋਗੇ ਤੁਹਾਨੂੰ ਇਸ ਗੱਲ ਦਾ ਵੀ ਪਤਾ ਲੱਗ ਜਾਊਗਾ ਵੀ ਬੱਕਰੀ ਦੇ ਥਣ ਚੋਂ ਦੁੱਧ ਹੀ ਹੁੰਦਾ ਕਿ ਖੂਨ ਹੁੰਦਾ। ਅਗਰ ਖੂਨ ਹੁੰਦਾ ਤਾਂ ਬੱਕਰੀ ਫਿਰ ਵੀ ਨਾ ਲਓ, ਕਿਉਂਕਿ ਉਹ ਸਾੜੂ ਮਾਰੀ ਖੜੀ ਆ, ਜਿਹਨੂੰ ਅੰਗਿਆਰੀ ਕਹਿੰਦੇ ਆ, ਅੰਗਿਆਰੀ ਪੈ ਗਈ ਉਹਦੇ ਥਣਾਂ ਨੂੰ, ਉਹ ਵੀ ਨਾ ਲਵੋ। ਇਹ ਗੱਲਾਂ ਉਹ ਗੱਲਾਂ ਵਾ ਮੇਰਾ ਵੀਰ ਜਿਹੜੀਆਂ ਫਾਰਮਿੰਗ ਦੇ ਵਿੱਚ ਇੱਕ ਨਵੇਂ ਬੰਦੇ ਲਈ ਬਹੁਤ ਜ਼ਰੂਰੀ ਆ ਸਿੱਖਣੀਆਂ। ਕਿਉਂਕਿ ਮੈਂ ਅਕਸਰ ਮੰਡੀਆਂ ਦੇ ਵਿੱਚ ਦੇਖਿਆ ਲੋਕਾਂ ਨਾਲ ਫਰਾਡ ਹੁੰਦਾ ਦੇਖਿਆ, ਤੇ ਮੇਰੇ WhatsApp ਤੇ ਕੋਈ ਬੇਤਹਾਸ਼ਾ ਮੈਸੇਜ ਆਉਂਦੇ ਵੀ ਅਸੀਂ ਆਨਲਾਈਨ ਚੀਜ਼ ਮੰਗਾਈ ਸੀ ਤੇ ਉਹਨੂੰ ਆਹ ਮਸਲਾ ਬਣਿਆ। ਮੈਂ ਇਸੇ ਗੱਲ ਤੋਂ ਕਹਿਣਾ ਵੀ ਆਨਲਾਈਨ ਜਿਹੜੀ ਚੀਜ਼ ਮੰਗਵਾਉਣੀ ਆ ਉਹਨਾਂ ਨਾਲ ਬਿਹਤਰ ਨਾ ਹੀ ਲਵੋ। ਆਪਣੇ ਪੈਸੇ ਜ਼ਾਇਆ ਨਾ ਕਰੋ, ਆਨਲਾਈਨ ਚੀਜ਼ ਨਾ ਮੰਗਾਓ। ਅਗਰ ਤੁਹਾਨੂੰ ਸ਼ੌਕ ਆ ਬੱਕਰੀ ਫਾਰਮਿੰਗ ਦਾ ਤਾਂ ਤੁਸੀਂ ਆਪ ਚੱਲ ਕੇ ਜਾਓ, 2-4 ਘੰਟੇ ਦਾ ਸਫ਼ਰ ਤੈਅ ਕਰ ਲਵੋ, ਉਹ ਬਿਹਤਰ ਆ ਬਜਾਏ ਇਸ ਦੇ ਕਿ ਅਸੀਂ 50,000 ਰੁਪਈਆ ਜ਼ਾਇਆ ਕਰੀਏ। ਬੱਕਰੀ ਗੱਬਣ ਫੰਡਰ ਦੇ ਚੱਕਰ 'ਚ ਨਹੀਂ ਪੈਣਾ। ਤੁਸੀਂ ਇਹ ਗੱਲ ਤਾਂ ਜ਼ਿਹਨ ਦੇ ਵਿੱਚੋਂ ਹੀ ਕੱਢ ਦੇਣੀ ਵੀ ਅਸੀਂ ਗੱਬਣ ਲੈਣੀ, ਬੱਕਰੀ ਲੈਣੀ ਹੀ ਫੰਡਰ ਆ। ਫਿਰ ਅਸੀਂ ਲੋਕਾਂ ਦੀਆਂ ਉੱਥੇ ਮੰਡੀ ਜਾ ਕੇ ਗੱਲਾਂ 'ਚ ਨਹੀਂ ਆਉਣਾ ਵੀ ਇਹ 2.5 ਮਹੀਨਿਆਂ ਦੀ ਗੱਬਣ ਹੈ, 2 ਮਹੀਨਿਆਂ ਦੀ ਗੱਬਣ ਆ। ਇਹ ਗੱਲ ਸੁਣ ਕੇ ਤੁਸੀਂ ਬਿਲਕੁਲ ਪੈਸੇ ਬਹੁਤੇ ਨਹੀਂ ਭਰਨੇ। ਕਿਉਂ? ਜਦੋਂ ਤੁਸੀਂ ਗੱਬਣ ਦੇ ਚੱਕਰ 'ਚ ਪੈਸੇ ਭਰੋਗੇ ਤੁਹਾਡੇ ਪੈਸੇ ਜ਼ਾਇਆ ਹੋਣਗੇ, ਬੱਕਰੀ ਨਿਕਲਣੀ ਫੰਡਰ ਹੀ ਆ। ਤੇ ਇਹ ਨਾਲ ਬਿਹਤਰ ਆ ਲੈ ਹੀ ਫੰਡਰ ਲਓ, ਥੋੜੇ ਪੈਸਿਆਂ ਦੀ ਲੱਭ ਜਾਊਗੀ। ਜਦੋਂ ਫਾਰਮਿੰਗ ਦੇ ਵਿੱਚ ਅਸੀਂ ਜਾਂਦੇ ਹਾਂ, ਸਾਨੂੰ ਜਿੰਨਾ ਚਿਰ ਨਾ ਮੇਰੀ ਗੱਲ ਤੇ ਤੁਹਾਨੂੰ ਇਤਬਾਰ ਹੋਣਾ, ਨਾ ਕਿਸੇ ਦੀ ਗੱਲ ਤੇ, ਨਾ ਜ਼ੈਦ ਦੀ, ਨਾ ਬੱਕਰ ਤੇ, ਜਦੋਂ ਤੁਸੀਂ ਇਸ ਪ੍ਰੈਕਟੀਕਲ ਲਾਈਫ 'ਚੋਂ ਗੁਜ਼ਰੋਗੇ ਨਾ
ਬੱਕਰੀ ਫਾਰਮਿੰਗ ਦੀ ਪ੍ਰੈਕਟੀਕਲ ਲਾਈਫ 'ਚ ਗੁਜ਼ਰੋਗੇ, ਤੁਹਾਨੂੰ ਸਭ ਨੇਰ ਦਾ ਨੇਰ, ਚਾਨਣ ਦਾ ਚਾਨਣ ਹੋ ਜਾਣਾ। ਤੇ ਇਹਨਾਂ ਨਾਲੋਂ ਬਿਹਤਰ ਆ ਕਿਸੇ ਦੀ ਗੱਲ, ਸਿਆਣੇ ਕਹਿੰਦੇ ਜਾਂ ਕਿਸੇ ਨੂੰ ਮਗਰ ਲਾ ਲਓ ਜਾਂ ਕਿਸੇ ਦੇ ਮਗਰ ਲੱਗ ਜਾਓ। ਤੇ ਜਿਹੜੇ ਮੇਰੇ ਨਵੇਂ ਵੀਰ ਆ, ਉਹ ਬਿਹਤਰ ਇਹ ਆ ਕਿਸੇ ਦੀ ਗੱਲ ਸੁਣ ਲੈਣ। ਮੇਰੇ ਕੋਲ ਜ਼ਰੂਰੀ ਨਹੀਂ ਮੇਰੀ ਗੱਲ ਸੁਣ ਲੈਣ, ਕਿਸੇ ਹੋਰ ਯੂਟਿਊਬਰ ਦੀ ਸੁਣ ਲੈਣ, ਉਹਨੇ ਆਪਣੇ ਅੰਦਾਜ਼ ਨਾਲ ਸਮਝਾਈ ਹੋਊਗੀ, ਮੇਰਾ ਆਪਣਾ ਅੰਦਾਜ਼ ਆ। ਬੱਕਰੀ ਜਦੋਂ ਵੀ ਤੁਸੀਂ ਜਦ ਮੰਡੀ 'ਚ ਹਰ ਬੰਦਾ ਖਰੀਦ ਲਊਗਾ ਵੀ ਮੈਂ ਵੀ ਖਰੀਦ ਲੈਣਾ, ਮੈਂ ਵੀ ਖਰੀਦ ਲੈਣਾ। ਖਰੀਦਣ ਦਾ ਰੌਲਾ ਨਹੀਂ ਹੁੰਦਾ ਮੇਰੇ ਵੀਰ, ਹਰ ਬੰਦਾ ਖਰੀਦ ਸਕਦਾ ਬੱਕਰੀ। ਬੱਕਰੀ ਬਿਲਫਰਜ਼ ਆਹ ਲੇਲਾ ਫਿਰਦਾ ਕੋਲ ਮੇਰੇ ਫਿਰਦਾ, ਇਹ ਮਾਰਕੀਟ ਦੇ ਵਿੱਚੋਂ ਬਿਲਫਰਜ਼ 40,000 ਦਾ ਲੱਭਦਾ ਨਾ, ਤੇ ਮੈਨੂੰ ਉੱਥੋਂ 45 ਦਾ 50 ਦਾ ਵੀ ਲੱਭ ਜਾ ਤੇ ਮੈਨੂੰ ਦੁੱਖਣਾ ਨਹੀਂ, ਕਿਉਂਕਿ ਹੋਵੇ ਤੰਦਰੁਸਤ। 5-10 ਹਜ਼ਾਰ ਰੁਪਈਆ ਵੱਧ ਤੁਸੀਂ ਭਰ ਆਏ ਆ, ਉਹਦਾ ਨਾ ਟੈਨਸ਼ਨ ਲਵੋ। ਉਹ ਤੰਦਰੁਸਤ ਜਾਨਵਰ ਦੀ ਇਹ ਟੈਨਸ਼ਨ ਲਵੋ ਵੀ ਜਾਨਵਰ ਹੋਵੇ ਤੰਦਰੁਸਤ। ਬਿਮਾਰ ਅੱਲਾ ਨਾ ਕਰੇ ਤੁਹਾਡੇ ਕੋਲ ਬਿਮਾਰ ਹੀ ਨਾ ਅੱਗੋਂ ਕੋਈ ਹੱਥੇ ਚੜ ਜਾਵੇ, ਬਿਮਾਰ ਜਾਨਵਰ ਨਾ ਤੁਸੀਂ ਹੱਥੇ ਚਲਾਇਆ। ਇਸ ਗੱਲ ਤੋਂ ਮੈਂ ਅੱਜ ਵੀਡੀਓ ਬਣਾਈ ਮੇਰਾ ਵੀਰ, ਵੀ ਇਹ ਗੱਲਾਂ ਕੁਝ ਨੋਟ ਕਰਨ ਵਾਲੀਆਂ ਹੁੰਦੀਆਂ, ਜਿਹੜੀਆਂ ਬੰਦੇ ਨੂੰ ਨੋਟ ਕਰ ਲੈਣੀਆਂ ਚਾਹੀਦੀਆਂ। ਫਿਰ ਦੂਸਰੀ ਗੱਲ, ਜਿੱਥੋਂ ਤੁਸੀਂ ਬੱਕਰੀ ਖਰੀਦੀ ਆ, ਜਿਸ ਬੰਦੇ ਕੋਲੋਂ ਖਰੀਦੀ ਆ, ਉਸ ਬੰਦੇ ਦਾ ਸ਼ਨਾਖਤੀ ਕਾਰਡ ਬੱਕਰੀ ਦੇ ਨਾਲ ਖੜੇ ਹੋ ਕੇ ਫੋਟੋ, ਉਹਦੀ ਵੀਡੀਓ ਕੋਈ 30 ਸਕਿੰਟਾਂ ਦੀ ਬਣਾ ਲਓ, ਉਹਦਾ ਨਾਂ ਪੁੱਛ ਲਓ, ਉਹਦਾ ਫੋਨ ਨੰਬਰ ਪੁੱਛੋ, ਉਹਦਾ ਜ਼ਿਲ੍ਹਾ ਪੁੱਛੋ, ਉਹਦੀ ਤਹਿਸੀਲ ਪੁੱਛੋ। ਕਿਉਂਕਿ ਬੱਕਰੀ ਅਸੀਂ ਖਰੀਦ ਲਈ ਆ, ਬੱਲਾ ਨਾ ਕਰਿਓ ਉਹ ਬੱਕਰੀ ਬਿਲਫਰ ਚੋਰੀ ਦੀ ਹੋਵੇ, ਫਿਰ ਅਸੀਂ ਕੀ ਕਰਾਂਗੇ? ਮੌਕੇ ਤੇ ਤਾਂ ਅਸੀਂ ਫੜੇ ਗਏ, ਬੰਦਾ ਤਾਂ ਨਿਕਲ ਗਿਆ, ਸਾਨੂੰ ਕੀ ਪਤਾ ਬੰਦਾ ਕੌਣ ਆ। ਇਸ ਤੋਂ ਬੰਦੇ ਦਾ ਸ਼ਨਾਖਤੀ ਕਾਰਡ ਵੀ ਲਾਜ਼ਮੀ ਲਵੋ, ਬੰਦੇ ਦਾ ਫੋਨ ਨੰਬਰ ਲਵੋ। ਅਗਰ ਮੰਡੀ ਦੇ ਵਿੱਚ ਕਿਸੇ ਨੂੰ ਜਾਣਦਾ ਤਾਂ ਉਹਦਾ ਤਾਰਫ ਕਰਾਵੇ, ਮਤਲਬ ਤੁਸੀਂ ਵੀ ਉਸ ਬੰਦੇ ਨੂੰ ਜਾਣਦੇ ਹੋ, ਉਹ ਵੀ ਉਸ ਬੰਦੇ ਨੂੰ ਜਾਣਨਾ। ਉਹ ਕਹਿ ਦੇ ਵੀ ਹਾਂ ਠੀਕ ਆ ਬੰਦਾ, ਤੇ ਤੁਸੀਂ ਬੱਕਰੀ ਲੈ ਆਓ। ਕੱਲ ਨੂੰ ਅੱਲਾ ਨਾ ਕਰੇ ਕੋਈ ਮਸਲਾ ਬਣਦਾ, ਤੁਸੀਂ ਉਸ ਬੰਦੇ ਨੂੰ ਜਾ ਕੇ ਕਾਬੂ ਕਰਨ ਵਾਲੇ ਹੋਵੋਗੇ ਵੀ ਚਲੋ ਬੰਦਾ ਲੱਭ ਕੇ ਦੇ, ਤੇਰਾ ਹੀ ਬੇਲੀ ਸੀ, ਤੂੰ ਹੀ ਜ਼ਮਾਨਤ ਦਿੱਤੀ ਸੀ। ਲੇਕਿਨ ਜ਼ਮਾਨਤਾਂ ਜ਼ਮੂਨਤਾਂ ਵਾਲੇ, ਮੇਰਾ ਮਸ਼ਵਰਾ ਇਹ ਆ ਵੀ ਜ਼ਮਾਨਤਾਂ ਜ਼ਮੂਨਤਾਂ ਵਾਲੇ ਪਾਸੇ ਨਾ ਜਾਵੋ। ਤੁਸੀਂ ਸਿਰਫ ਬੰਦੇ ਨੂੰ ਪੁੱਛੋ, ਉਹਦਾ ਸ਼ਨਾਖਤੀ ਕਾਰਡ ਲਵੋ, ਉਹਦੀ ਫੋਟੋ ਬਣਾਵੋ, ਉਹਦੀ ਵੀਡੀਓ ਬਣਾ ਲਓ, ਬਸ। ਐਡੇ ਲੰਮੇ ਰੌਲੇ ਨੂੰ ਪਵੋ ਹੀ ਨਾ, ਤੇ ਚੁੱਪ ਕਰਕੇ ਬੱਕਰੀ ਖਰੀਦੋ, ਆਪਣਾ ਘਰ ਲੈ ਕੇ ਆ ਜਾਓ। ਪੈਸਿਆਂ ਦੀ ਟੈਨਸ਼ਨ ਨਾ ਲਵੋ, ਵੱਧ ਭਰ ਲਿਆ ਥੋੜੇ ਭਰ ਲਿਆ। ਦੁਆ ਇਹ ਕਰਿਆ ਕਰੋ, ਜਦੋਂ ਵੀ ਮੰਡੀ ਦੇ ਵਿੱਚ ਵੜਦੇ, ਦੁਆ ਇਹ ਕਰਿਆ ਕਰੋ, ਜਾਂ ਅੱਲਾ ਕਿਸੇ ਨੇਕ ਦੇ ਮੱਥੇ ਲਾਵੀਂ, ਕੋਈ ਤੰਦਰੁਸਤ ਬੱਕਰੀ ਸਾਡੇ ਨਸੀਬਾਂ 'ਚ ਕਰੀ। ਬਸ ਆਹ ਗੱਲ ਆ, ਹੋਰ ਕੋਈ ਗੱਲ ਨਹੀਂ। ਮੈਂ ਕੱਲ ਜੁਮਰਾਤ ਸੀ, ਮੈਂ ਕੱਲ ਗਿਆ ਮੰਡੀ, ਮੈਂ ਤੁਹਾਨੂੰ ਵਾਕਿਆ ਸੁਣਾਉਣਾ। ਮੈਂ ਕਹਿੰਦਾ ਯਕੀਨ ਕਰੋ, ਬੰਦੇ ਨੂੰ ਖੁਦਾ ਤਰਸੀ ਬਿਲਕੁਲ ਹੀ ਮੁੱਕ ਗਈ, ਉੱਕਾ ਹੀ ਮੁੱਕ ਗਿਆ। ਫਿਰ ਅਸੀਂ ਕਹਿੰਦੇ ਜੀ ਸਾਨੂੰ ਫਲੱਡ ਰੋੜੀ ਫਿਰਦੇ ਆ, ਸਾਨੂੰ ਫਲਾਣਾ ਕੁਝ ਰੋੜੀ ਫਿਰਦਾ, ਸਾਨੂੰ ਫਲਾਣਾ ਕੁਝ ਰੋੜੀ ਫਿਰਦਾ, ਤੇ ਸਾਨੂੰ ਫਲੱਡਾਂ ਨੇ ਰੋੜਨਾ ਹੀ ਆ। ਇੱਕ ਗਰੀਬ ਬੰਦਾ ਵਿਚਾਰਾ, ਉਹਨੇ ਪੱਠ ਲਈ ਛੋਟੀ ਜਿਹੀ ਏਡੀ, ਆ ਜਿੱਡਾ ਮੇਰਾ ਮਗਰ ਲੇਲਾ ਫਿਰਦਾ, ਲਈ ਕਿੰਨੇ ਦੀ? 22,000 ਦੀ। 22,000 ਦੀ ਪੱਠ ਲਈ, ਤੇ ਉਹਦੇ ਪੈਰ ਬੰਨੇ ਹੋਏ। ਮੈਂ ਜਾ ਕੇ ਸਿਰਫ ਸੀਗੀ ਸਿਰੋਂ ਘੋਨੀ, ਤੇ ਰੰਗ ਸੀਗਾ ਡੱਬਾ ਜਿਹਾ ਅਬਲਗ ਜਿਹਾ, ਤੇ ਮੈਨੂੰ ਬੜੀ ਸੋਹਣੀ ਜਿਹੀ ਲੱਗੀ। ਮੈਂ ਜਾ ਕੇ ਉਹਦੀ ਕੰਡ ਤੇ ਹੱਥ ਰੱਖਿਆ, ਤੇ ਜਦੋਂ ਉਹਨੇ ਤਾਂ ਮੈਂ ਉਹਦੀਆਂ ਲੱਤਾਂ ਦੇਖੀਆਂ, ਮੈਂ ਕਿਹਾ ਲੱਤਾਂ ਭਾ ਖੋਲ੍ਹਣੀ, ਤੇ ਬੰਦਾ ਮੈਨੂੰ ਪਹਿਲਾਂ ਹੀ ਜਾਣਦਾ ਸੀਗਾ। ਉਹਨੇ ਕਹਿੰਦਾ ਭਾ ਤੇਰੇ ਲੈਣ ਵਾਲੀ ਨਹੀਂ। ਮੈਂ ਕਿਹਾ ਕਿਉਂ, ਕੀ ਹੋਇਆ? ਆਖੇ ਯਾਰ ਮੇਰੇ ਨਾਲ ਹੋ ਗਈ ਠੱਗੀ, ਇਹ ਬੱਕਰੀ ਪੱਠ ਜਿਹੜੀ ਹੈ ਇਹ ਕਮਲੀ ਆ, ਇਹਨੂੰ ਚੱਕਰੀ ਆ। ਮੈਂ ਕਿਹਾ ਯਾਰ ਜਦੋਂ ਤੂੰ ਲਈ ਸੀ ਉਦੋਂ ਤੈਨੂੰ ਨਹੀਂ ਪਤਾ ਲੱਗਾ? ਆਖੇ ਯਾਰ ਮੈਂ ਨਵਾਂ ਬੰਦਾ ਸੀ, ਮੈਨੂੰ ਨਹੀਂ ਪਤਾ ਲੱਗਾ। ਇਹ ਮੈਂ ਉੱਥੇ ਖੜੀ ਦਾ ਸੌਦਾ ਕਰ ਲਿਆ, ਮੈਂ ਤੋਰ ਫੇਰ ਕੇ ਨਹੀਂ ਦੇਖੀ। ਉਸ ਬੰਦੇ ਨੇ ਮੇਰੇ ਕੋਲ ਪੈਸੇ ਫੜੇ, ਗਿਣੇ ਆ, ਤੇ ਦਾ ਗਾਇਬ ਹੋ ਗਿਆ। ਮੈਂ ਬਾਅਦ ਦੇ ਵਿੱਚ ਉਹਦੀ ਜਦੋਂ ਲੱਤਾਂ ਖੋਲ ਕੇ ਉਹਨੂੰ ਤੋਰਿਆ, ਉਹ ਗੇੜੇ ਕੱਢਣ ਲੱਗ ਪਈ। ਹੁਣ ਮੈਂ ਇਹਦੀਆਂ ਲੱਤਾਂ ਖੋਲ ਲਵਾਂ ਤੇ ਲੱਤਾਂ ਗੇੜੇ ਕੱਢਦੀ ਡਿੱਗ ਪੈਂਦੀ ਹੈ। ਤੇ ਮੈਂ ਕਿਹਾ ਹੁਣ ਇਹਦਾ ਕੀ ਕਰੂੰਗਾ? ਆਖੇ ਯਾਰ ਮੈਂ ਹੁਣ ਇਹਦਾ ਦੱਸ ਕੀ ਕਰਾਂ। ਉੱਥੇ ਖੜੇ ਤੇ, ਮੇਰੇ ਖੜੇ ਤੇ ਉਹਨੇ 22,000 ਦੀ ਲਈ, 14,000 ਦੀ ਕਸਾਈਆਂ ਨੇ ਉਹਨੂੰ ਚੱਕਿਆ। 22,000 ਦੀ ਲਈ, 14,000 ਦੀ ਕਸਾਈਆਂ ਨੇ ਤਲਿਆਂ ਨਾਲ ਉਹਨੇ ਵਿਚਾਰਿਆਂ ਨੇ ਦਿੱਤੀ ਵੀ ਸਮੇਂ ਨਾਲ ਠੱਗੀ ਹੋਈ, ਏਦਾਂ ਨਾ ਕਰੋ। ਹਾਲਾਂਕਿ ਕਸਾਈ ਉਹਦਾ 11-12,000 ਹੀ ਲਾਉਣ ਦਾ ਆਇਆ ਸੀ। ਇਹ ਕੱਲ ਦਾ ਵਾਕਿਆ। ਤੇ ਮੇਰੇ ਵੀਰੋ, ਇਸ ਤੋਂ ਮੈਂ ਕਹਿੰਦਾ, ਫੇਸਬੁੱਕ ਤੇ ਮੇਰੇ ਬੜੀਆਂ ਵੀਡੀਓ ਇਸ ਮੁਤਲਕ ਬਣੀਆਂ ਪਈਆਂ, YouTube ਤੇ ਮੈਂ ਅੱਜ ਵੀਡੀਓ ਇਸ ਲਈ ਬਣਾਉਣ ਦਿਆਂ, ਵੀਰਾਂ ਨੂੰ ਜਿਨ੍ਹਾਂ ਨੇ ਨਵੀਂ ਬੱਕਰੀ ਫਾਰਮਿੰਗ ਕਰਨੀ ਆ, ਕਮ ਅਜ਼ ਕਮ ਇਸ ਗੱਲ ਨੂੰ ਸਮਝ ਲੈਣ ਵੀ ਬੱਕਰੀ ਫਾਰਮਿੰਗ ਦੇ ਵਿੱਚ ਕਿਹੜੇ ਪੁਆਇੰਟ ਆ, ਅਸੀਂ ਬੱਕਰੀ ਖਰੀਦਣ ਲੱਗਿਆ ਕਿਹੜੇ ਦੇਖਣੇ, ਜਿਹਦੇ ਨਾਲ ਸਾਨੂੰ ਪਤਾ ਲੱਗ ਜਾਵੇ ਬੱਕਰੀ ਅਸੀਂ ਤੰਦਰੁਸਤ ਲੈ ਆਏ ਆ, ਨਾ ਕਿ ਅਸੀਂ ਫਰਾਡ ਸਾਡੇ ਨਾਲ ਹੋ ਗਿਆ। ਤੇ ਮੇਰੇ ਵੀਰੋ, ਵੀਡੀਓ ਚੰਗੀ ਲੱਗੇ ਲਾਈਕ ਕਰਿਆ ਕਰੋ, ਕਮੈਂਟਸਾਂ ਦੇ ਵਿੱਚ ਲਾਜ਼ਮੀ ਦੱਸਿਆ ਕਰੋ ਵੀਡੀਓ ਚੰਗੀ ਬਣਦੀ ਹੈ ਜਾਂ ਨਹੀਂ ਬਣਦੀ, ਜਾਂ ਜਿਹੜੀ ਮੁਤਲਕ ਤੁਸੀਂ ਦੇਖਣਾ ਚਾਹੁੰਦੇ, ਮੈਨੂੰ ਸੁਣਨਾ ਚਾਹੁੰਦੇ ਆ ਵੀ ਇਸ ਚੀਜ਼ ਦੇ ਮੁਤਲਕ ਵੀਡੀਓ ਬਣਾ ਦਿਓ, ਮੈਂ ਉਸ ਚੀਜ਼ ਦੇ ਮੁਤਲਕ ਵੀਡੀਓ ਬਣਾ ਦਿਆ ਕਰਾਂਗਾ। ਤੇ ਤੁਸੀਂ ਆਪਣੀ ਸੋਹਣੀ ਕਰਕੇ, ਸੁਥਰੀ ਕਰਕੇ, ਇੱਕ ਅੱਛੀ ਰੂਟੀਨ ਨਾਲ ਆਪਣੀ ਗੋਟ ਫਾਰਮਿੰਗ ਕਰ ਸਕਦੇ ਹੋ। ਤੇ
ਵੀਡੀਓ ਚੰਗੀ ਲੱਗਦੀ ਹੁੰਦੀ ਹੈ, ਦੁਆਵਾਂ ਯਾਦ ਲਾਜ਼ਮੀ ਰੱਖਿਆ ਕਰੋ। ਅੱਲਾ ਹਾਫਿਜ਼।